ਸ਼੍ਰੀ ਵਾਹਿਗੁਰੂ ਜੀ। ਹਰਿ ਸਿਉ ਹੀਰਾ ਛਾੜ ਕੇ ਕਰੇ ਆਣ ਕੀ ਆਸ, ਤੇ ਨਰ ਦੋਜਕ ਜਾਏਂਗੇ। ਸਤ ਭਾਖੇ ਰਵਿਦਾਸ ਤੁਮ ਚੰਦਨ ਹਮ ਰਿੰਡ ਬਾਪਰੇ। ਸੰਗ ਤੁਮਾਰੇ ਬਾਸਾ ਨੀਚ ਰੂਖ ਤੇ ਊਚ ਪਏ ਹੈ, ਗੰਧ ਸੁਗੰਧ ਨਿਵਾਸਾ। ਮਾਧੋ ਸਤ ਸੰਗਤ ਸ਼ਰਨ ਤੁਮਾਰੀ, ਹਮ ਅਵਗੁਣ ਤੁਮ ਉਪਕਾਰੀ। ਤੁਮ ਮਖਤੂਲ ਸਪੇਦ ਸਪੀਹਲ, ਹਮ ਬਪਰੇ ਜਸ ਕੀਰਾ। ਸਤ ਸੰਗਤ ਮਿਲ ਰਹੀਏ ਮਾਧੋ, ਜੈਸੇ ਮਧਪ ਮਖੀਰਾ। ਜਾਦੀ ਓਛਾ ਪਾਦੀ ਓਛਾ, ਓਛਾ ਜਨਮ ਹਮਾਰਾ। ਰਾਜਾ ਰਾਮ ਕੀ ਸੇਵ ਨ ਕੀਨੀ, ਕੈ ਰਵਿਦਾਸ ਚੁਮਾਰਾ। ਜਾਦੀ ਓਛਾ ਪਾਦੀ ਓਛਾ, ਓਛਾ ਜਨਮ ਹਮਾਰਾ। ਰਾਜਾ ਰਾਮ ਕੀ ਸੇਵ ਨ ਕੀਨੀ, ਕੈ ਰਵਿਦਾਸ ਚੁਮਾਰਾ। ਸੰਤ ਤੁਜੀ ਧਨ ਸੰਗਤ ਪ੍ਰਾਣ, ਸਤਿਗੁਰ ਗਿਆਨ ਜਾਣੇ ਦੇਵਾ ਦੇਵ। ਸੰਤ ਜੀ ਸੰਗਤ ਸੰਤ ਕਥਾ ਰਸ, ਸੰਤ ਪ੍ਰੇਮ ਮਾਝੇ ਦੀਜੇ ਦੇਵਾ ਦੇਵ। ਰਾਵ ਸੰਤ ਚਰਨ ਸੰਤ ਚੋ ਮਾਰਗ, ਸੰਤ ਚਿਓ ਲਗ ਓ ਲਗਣੀ। ਔਰ ਇਕ ਮੰਗੋ ਭਗਤ ਚਿੰਤਾ ਮਨ, ਜਨੀ ਲਖਾਵੋ ਅਸੰਤ ਪਾਪੀ ਸਣ। ਰਵਿਦਾਸ ਭਣੇ ਜੋ ਜਾਣੇ ਸੋ ਜਾਣ, ਸੰਤ ਅਨੰਤੇ ਅੰਤਰ ਨਾਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਗੁਰੂ ਸਵਾਰੀ ਸਾਧ ਸੰਗਤ ਜੀ, ਆਪਾਂ ਭਗਤ ਰਵਿਦਾਸ ਜੀ ਦੇ ਜੀਵਨ ਦੇ ਪਰਥਾਏ ਕੋਈ ਬਚਨ ਆਪਣਾ ਸਾਂਝੇ ਕਰ ਰਹੇ ਸੀ। ਤੇ ਪਿਛਲੀ ਵਾਰੀ ਉਹਨਾਂ ਨੇ ਜ਼ਿਕਰ ਕੀਤਾ ਸੀ ਕਿ ਜਿਹੜੇ ਰੱਬ ਦੇ ਪਿਆਰੇ ਹੋ ਜਾਂਦੇ ਨੇ, ਜਾਂ ਜਿਹੜੇ ਉਹਨੂੰ ਮਿਲ ਜਾਂਦੇ ਨੇ, ਤੇ ਉਹਨਾਂ ਨੂੰ ਸੁਹਾਗਵੰਤੀਆਂ ਕਹਿੰਦੇ ਨੇ। ਤੇ ਸੁਹਾਗਣ ਦੇ ਲੱਛਣ ਦੱਸੇ ਸੀ ਭਗਤ ਰਵਿਦਾਸ ਜੀ ਨੇ, ਕਿ ਉਹਦੇ ਵਿੱਚ ਕਿਹੜੇ ਕਿਹੜੇ ਲੱਛਣ ਹੁੰਦੇ ਨੇ। ਤੇ ਜਦੋਂ ਕੋਈ ਜਾ ਕੇ ਫਿਰ ਜਗਿਆਸੂ ਪੁੱਛਦਾ ਉਹਨਾਂ ਸੁਹਾਗਵੰਤੀਆਂ ਨੂੰ ਵੀ ਮੈਂ ਵੀ ਮਿਲਣਾ ਚਾਹੁੰਦਾ ਹੈ, ਜਾਏ ਪੁੱਛੋ ਸੁਹਾਗਣੀ ਤੁਸੀਂ ਰਾਵਿਆ ਕਿੰਨੀ ਗੁਣੀ। ਉਹ ਤਾਂ ਮਿਲਦਾ ਨਹੀਂ ਕਿਸੇ ਨੂੰ, ਤੇ ਤੁਹਾਨੂੰ ਕਿਵੇਂ ਮਿਲ ਗਿਆ। ਜਾਏ ਪੁੱਛੋ ਸੁਹਾਗਣੀ ਤੁਸੀਂ ਰਾਵਿਆ ਕਿੰਨੀ ਗੁਣੀ। ਰੱਬ ਤਾਂ ਕਿਸੇ ਨੂੰ ਮਿਲਦਾ ਹੀ ਨਹੀਂ ਹੈ। ਬੁੱਢਾ ਵਾ ਸ਼ੇਖ ਫਰੀਦ ਕੰਬਣ ਲੱਗੀ ਦੇ, ਹਾਂਜੀ, ਉਹ ਜਿਹੜਾ ਆਉਂਦਾ ਕਿ
ਇਹ ਦੋਇ ਨੈਣਾ ਮਤ ਛੋ ਫਿਰ ਦੇਖਣ ਕੀ ਆਸ। ਫਰੀਦਾ ਤਨ ਸੁੱਕਾ ਪਿੰਜਰ ਥੀਆ। ਵੱਡੇ ਵੱਡੇ ਦਰਵੇਸ਼ ਰੱਬ ਦੀ ਬੰਦਗੀ ਕਰਦੇ ਸੀ ਜਿਹੜੇ, ਉਹਨਾਂ ਦੇ ਸਰੀਰ ਪਿੰਜਰ ਹੋ ਗਏ ਰੱਬ ਰੱਬ ਕਰਦੇ ਆ। ਜਿੱਦਾਂ ਭਗਤ ਰਵਿਦਾਸ ਜੀ ਨੇ ਵੀ ਕਿਹਾ ਕਿ ਕਹਾਂ ਪਇਓ ਤਨ ਪਇਓ ਛਿਨ ਛਿਨ। ਇਹ ਪਰਮੇਸ਼ਰ ਮੇਰਾ ਤੇਰੇ ਬਿਰਹੇ ਕਾਰਨ, ਤੇਰੇ ਵਿਛੋੜੇ ਕਾਰਨ ਮੇਰਾ ਸਰੀਰ ਕਮਜ਼ੋਰ ਪਈ ਜਾਂਦਾ ਹੈ। ਕਿਉਂਕਿ ਵਿਛੋੜੇ ਦੇ ਵਿੱਚ ਕੁਛ ਚੰਗਾ ਨਹੀਂ ਲੱਗਦਾ, ਖਾਣਾ ਚੰਗਾ ਨਹੀਂ ਲੱਗਦਾ। ਜਿਸ ਤਰ੍ਹਾਂ ਗੁਰੂ ਅਮਰਦਾਸ ਜੀ ਨੇ ਵਚਨ ਕੀਤਾ ਨਾ ਕਿ ਮਿਲ ਮੇਰੇ ਪ੍ਰੀਤਮਾ ਤੁਧ ਬਿਨ ਖਰੀ ਨਿਮਾਣੀ। ਮੈਂ ਬਹੁਤ ਤੇਰੇ ਤੋਂ ਬਿਨਾਂ ਕਮਜ਼ੋਰ ਪੈ ਗਈ ਹਾਂ, ਤੂੰ ਮਿਲਦਾ ਨਹੀਂ ਗਾ। ਮੇਰੇ ਅੰਦਰ ਪਿਆਸ ਆ, ਮੇਰੇ ਅੰਦਰ ਤੜਫ ਆ ਤੈਨੂੰ ਮਿਲਣ ਦੀ, ਤੂੰ ਮਿਲਦਾ ਨਹੀਂ ਹੈ। ਤੇ ਮਿਲ ਮੇਰੇ ਪ੍ਰੀਤਮਾ ਜੀ ਉਹ ਤੁਧ ਬਿਨ ਖਰੀ ਨਿਮਾਣੀ। ਮੈਂ ਨੈਣੀ ਨੀਂਦ ਨਾ ਆਵੇ ਜੀਓ। ਜਦੋਂ ਇੱਕ ਰਾਤ ਵੀ ਨਾ ਕਿਤੇ ਨੀਂਦ ਆਵੇ ਤੇ ਸਰੀਰ ਕਮਜ਼ੋਰ ਪੈ ਜਾਂਦਾ। ਤੇ ਜਿਨ੍ਹਾਂ ਨੂੰ ਨੀਂਦ ਆਉਂਦੀ ਨਹੀਂ ਹੈ ਉਹਨਾਂ ਦਾ ਸਰੀਰ ਕਿੰਨਾ ਕੁ ਕਮਜ਼ੋਰ ਹੋ ਗਿਆ ਹੋਊਗਾ। ਮੈਂ ਨੈਣੀ ਨੀਂਦ ਨ ਆਵੇ ਜੀਓ ਭਾਵੇਂ ਅੰਨ ਨ ਪਾਣੀ। ਇੱਕ ਨੀਂਦ ਨਹੀਂ ਆਉਂਦੀ, ਇੱਕ ਰੋਟੀ ਪਾਣੀ ਨਹੀਂ ਚੰਗਾ ਲੱਗਦਾ। ਕਿਉਂ? ਰੱਬ ਦਾ ਵਿਛੋੜਾ ਹੈ, ਪਰਮੇਸ਼ਰ ਦਾ ਵਿਛੋੜਾ ਹੈ। ਤੇ ਮੈਂ ਉਦੋਂ ਨੂੰ ਕਿਹਾ ਵਿਛੋੜਾ ਉਹਨਾਂ ਨੂੰ ਮਹਿਸੂਸ ਹੁੰਦਾ ਜਿਨ੍ਹਾਂ ਨੂੰ ਕਦੀ ਮਿਲਣ ਹੋਇਆ ਹੋਵੇ। ਜਿਹਨੂੰ ਕਦੀ ਮਿਲਣ ਨਹੀਂ ਹੋਇਆ ਉਹਨੂੰ ਅਸੀਂ ਵਿਛੋੜਾ ਵੀ ਨਹੀਂ ਕਹਿ ਸਕਦੇ। ਪਾਣੀ ਅੰਨ ਨਾ ਭਾਵੇ ਮਰੀਏ ਹਾਵੇ। ਮੈਂ ਮਰ ਰਿਹਾ, ਮੈਨੂੰ ਹੌਕੇ ਆ ਰਹੇ ਨੇ। ਮਰੀਏ ਹਾਵੇ ਬਿਨ ਫਿਰ ਕਿਉਂ ਸੁਖ ਪਾਈਏ। ਤੇਰੇ ਤੋਂ ਬਿਨਾਂ ਕੋਈ ਸੁੱਖ ਮਿਲ ਸਕਦਾ ਹੈ? ਨਹੀਂ 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 ਨਹੀਂ। ਜਿਸ ਤਰ੍ਹਾਂ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਸੀ ਨਾ, ਬਿਨ ਨਾਵੇਂ ਜਗ ਕੰਬਲਾ ਫੇਰੇ ਗੁਰਮੁਖ ਨਦਰੀ ਆਇਆ। ਨਾਮ ਸੰਸਾਰ ਪਾਗਲ ਹੋ ਗਿਆ ਹੈ, ਕਮਲਾ ਹੋ ਗਿਆ ਹੈ। ਬਿਨ ਪਿਆਰੇ ਸੁਖ ਨਾ ਥੀ ਵਈ, ਨਾ ਕਰ ਹੋਵੇ ਵਾਸ। ਤੇ ਗੁਰੂ ਅਮਰਦਾਸ ਕਹਿੰਦੇ ਨੇ ਪਾਣੀ ਅੰਨ ਨਾ ਭਾਵੇ ਮਰੀਏ ਹਾਵੈ। ਬਿਨ ਫਿਰ ਕਿਉਂ ਸੁਖ ਪਾਈਏ। ਹਾਂ ਗੁਰ ਆਗੇ ਕਰੋ ਬਨੰਤੀ ਜੇ ਗੁਰ ਭਾਵੈ। ਜੋ ਮੇਲੇ ਤਿਵੇਂ ਮਿਲਾਈਏ। ਤੇ ਹੁਣ ਜਗਿਆਸੂ ਉਹਨਾਂ ਨੂੰ ਜਾ ਕੇ ਪੁੱਛਦਾ ਹੈ, ਜਗਿਆਸੂ ਬਜਾਏ ਪੁੱਛੂ ਸੁਹਾਗਣੀ। ਉਹ ਜਿਹੜੀਆਂ ਸੁਹਾਗਵੰਤੀਆਂ ਹੋ ਗਈਆਂ ਫਿਰ ਪੁੱਛਦੀਆਂ ਆਪਣੇ ਵੀ ਤੇਰਾ ਪਤੀ ਆ ਤੇ ਅਸੀਂ ਵੀ ਪਤੀ ਨੂੰ ਮਿਲਣਾ ਚਾਹੁੰਦੀਆਂ ਤੇ ਕਿਸ ਤਰ੍ਹਾਂ ਮਿਲੀਏ। ਕਿਉਂਕਿ ਉਹ ਤਾਂ ਮਿਲਦਾ ਹੀ ਨਹੀਂਗਾ ਕਿਸੇ ਨੂੰ। ਤਨ ਸੁੱਕਾ ਪਿੰਜਰ ਥੀਆ। ਸਰੀਰ ਕਮਜ਼ੋਰ ਹੋ ਗਿਆ ਹੈ। ਭਗਤ ਰਵਿਦਾਸ ਜੀ ਨੇ ਵੀ ਕਿਹਾ ਹੈ ਕਿ ਕਹਾਂ ਪਇਓ ਤਨ ਪਇਓ ਛਿਨ ਛਿਨ। ਪ੍ਰੇਮ ਜਾਏ ਤੋ ਡਰਪੋ ਤੇਰੋ ਜਨ। ਮੈਨੂੰ ਸਰੀਰ ਕਮਜ਼ੋਰ ਮੇਰਾ ਹੋ ਰਿਹਾ, ਮੈਨੂੰ ਇਸ ਦਾ ਡਰ ਨਹੀਂ ਹੈ। ਮੈਨੂੰ ਡਰ ਵਾ ਤੇਰਾ ਪ੍ਰੇਮ ਨਾ ਚਿਲ ਜਾਵੇ। ਸਾਰਿਆਂ ਨਾਲੋਂ ਤੋੜ ਕੇ ਅਸੀਂ ਤੇਰੇ ਨਾਲ ਪ੍ਰੀਤੀ ਲਾਈ ਆ ਤੇ ਤੇਰੇ ਨਾਲ ਵੀ ਪ੍ਰੀਤੀ ਟੁੱਟ ਜਾਵੇ। ਹੁਣ ਲੋਕਾਂ ਨਾਲ ਤਾਂ ਪ੍ਰੀਤ ਰਹੀ ਨਹੀਂ ਹੈ। ਸਭੇ ਕਾ ਸਾਖ ਕੁੜਾਵੇ ਦਿਸੇ ਤੋਂ ਪੱਲੇ ਤੈਂਡੇ ਲਾਗੀ। ਸਾਰਿਆਂ ਨੂੰ ਛੱਡ ਕੇ ਤੇਰਾ ਪੱਲਾ ਫੜ ਲਿਆ ਮੈਂ ਤੇ ਤੂੰ ਵੀ ਪੱਲਾ ਛਡਾ ਕੇ ਤਲਾਕ ਦੇ ਕੇ ਕਿਤੇ ਤੁਰ ਜਾਵੇਂਗਾ ਤੇ ਫਿਰ ਸਾਡਾ ਕੀ ਬਣੇਗਾ। ਮੈਂ ਤਾਂ ਮੇਰੀ ਪ੍ਰੀਤ ਗੋਬਿੰਦ ਸਿਓ ਜਿਨ ਘਟੇ। ਭਗਤ ਰਵਿਦਾਸ ਜੀ ਕਹਿੰਦੇ ਬਾਕੀ ਕੁਛ ਘਟ ਜਵੇ, ਸਰੀਰ ਕਮਜ਼ੋਰ ਪੈ ਜੇ, ਰੋਟੀ ਨਾ ਵੀ ਖਾਣ ਨੂੰ ਮਿਲੇ, ਧਨ ਨਾ ਵੀ ਮਿਲੇ। ਜਿਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਨਹੀਂ ਕਹਿੰਦੇ ਕਿ ਰੂਖੋ ਭੋਜਨ ਭੂਮ ਸੈਣ। ਮੈਨੂੰ ਕੋ ਸਵਾਦਲਾ ਪਦਾਰਥ ਨਾ ਵੀ ਮਿਲੇ, ਰੁੱਖਾ ਭੋਜਨ ਮਿਲ ਜੇ। ਹੁਣ ਸਾਡੀ ਕੌਮ ਲੰਗਰਾਂ ਪਿੱਛੇ ਰੁੜ ਗਈ ਹੈ। ਹੋਰ ਕੌਮ ਸਾਡੀ ਕੋਲ ਕੁਛ ਰਿਹਾ ਹੀ ਨਹੀਂ। ਕੌਮ ਦੇ ਕੋਲ ਕੱਲ੍ਹ ਵੀ ਮੈਨੂੰ ਕਿਸੇ ਨੇ ਕਿਹਾ ਬਾਬਾ ਜੀ ਹੁਣ ਕੀ ਬਣੂਗਾ। ਮੈਂ ਕਿਹਾ ਹੁਣ ਬਣਨਾ ਹੀ ਕੁਛ ਨਹੀਂ ਹੈ।
ਇਹ ਜੋ ਸਾਡੀ ਕੌਮ ਕਰਨ ਲੱਗ ਪਈ ਆ, ਇਹਦੇ ਬਦਲ ਵਿੱਚ ਸਾਡੇ ਕੋਲ ਇਹਨਾਂ ਨੂੰ ਹੁਣ ਦੇਣ ਨੂੰ ਕੁਝ ਹੈ ਹੀ ਨਹੀਂ, ਕਰੀਏ ਹੁਣ ਕੀ? ਇਹ ਧਰਮ ਤਾਂ ਛੱਡ ਚੁੱਕੇ ਆ। ਮੈਂ ਕੱਲ ਵੀ ਕਿਹਾ ਸੀ ਵੀ ਜਿਹੜਾ ਬੰਦਾ ਧਰਮ ਛੱਡ ਗਿਆ, ਧਰਮ ਛੱਡ ਕੇ ਉਹ ਧਰਮ ਕਰਮ ਕਾਂਡ ਕਰੇ ਧਰਮ ਦਾ, ਧਰਮ ਤਾਂ ਛੱਡ ਚੁੱਕੀ ਸਾਡੀ ਨੌਜਵਾਨ ਪੀੜ੍ਹੀ। ਰਹਿਰਾਸ ਦੇ ਪਾਠ ਗੁਰਦੁਆਰੇ ਨਹੀਂ ਆਉਂਦੇ, ਅੰਮ੍ਰਿਤ ਵੇਲੇ ਕਦੀ ਇਹ ਗੁਰੂ ਗ੍ਰੰਥ ਸਾਹਿਬ ਨੂੰ ਆਣ ਕੇ ਮੱਥਾ ਨਹੀਂ ਟੇਕਦੇ। ਇਹ ਨੌਜਵਾਨ ਪੀੜ੍ਹੀ ਧਰਮ ਤਾਂ ਛੱਡ ਚੁੱਕੀ ਹੈ। ਇਹ ਬਾਬਾ ਜੀ ਨੂੰ ਕਿਵੇਂ ਮੋੜਿਆ ਜਾਵੇ ਜਿਹੜਾ ਹੁਣ ਥਾਂ ਥਾਂ ਤੇ ਲੰਗਰ ਲਾਉਣ ਲੱਗ ਪਈ ਸਾਡੀ ਕੌਮ? ਮੈਂ ਕਿ ਇਹਦੇ ਬਦਲ ਵਿੱਚ ਸਾਡੇ ਕੋਲ ਕੁਛ ਨਹੀਂ ਇਹਨਾਂ ਨੂੰ ਦੇਣ ਵਾਸਤੇ। ਇਹ ਕੁਰਾਹ ਪੈ ਗਏ, ਆਪੇ ਕਿਤੇ ਮੁੜਨ ਗਈ। ਤੇ ਭਗਤ ਜੀ ਕਹਿੰਦੇ ਨੇ ਕਿ ਮੈਂ ਤੂੰ ਮੋਲ ਮਹਿੰਗੀ ਲਈ ਜੀ ਸਟੇ, ਐ ਪਰਮੇਸ਼ਰ ਮੈਂ ਤੇਰੇ ਨਾਲ ਵੱਟਾ ਸੱਟਾ ਕੀਤਾ, ਜਿੰਦ ਦੇ ਕੇ ਤੇਰਾ ਪਿਆਰ ਲਿਆ। ਇਹ ਸੌਖਾ ਨਹੀਂ ਉਹ ਪਿਆਰ ਮਿਲਦਾ। ਤੇ ਮੇਰੀ ਪ੍ਰੀਤ ਇਹ ਹੁਣ ਘਟਣੀ ਨਹੀਂ ਚਾਹੀਦੀ, ਸਭੇ ਸਾਖ ਕੁੜਾਵੇ ਦਿਸੇ ਤੋਂ ਪੱਲੇ ਟੈਂਦੇ ਲਾਗੀ। ਸਾਰਿਆਂ ਨੂੰ ਛੱਡ ਕੇ ਮੈਂ ਤੇਰਾ ਪੱਲਾ ਫੜ ਬੈਠੀ ਹਾਂ, ਤੇ ਤੂੰ ਪੱਲਾ ਛਡਾ ਕੇ ਕਿਤੇ ਹੋਰ ਤੁਰ ਜਾਵੇ ਤੇ ਮੇਰਾ ਕੀ ਬਣੂਗਾ? ਕੀ ਬਣੂਗਾ? ਤੇ ਮੈਂ ਕਹਿ ਰਿਹਾ ਸੀ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਰੁੱਖੋ ਭੋਜਨ, ਮੈਨੂੰ ਖਾਣ ਵਾਸਤੇ ਰੁੱਖਾ ਭੋਜਨ ਮਿਲਦਾ ਹੋਵੇ ਤੇ ਮੈਂ ਕਿਤੇ ਉੱਚੀਆਂ ਉੱਚੀਆਂ ਬਿਲਡਿੰਗਾਂ ਦੇ ਵਿੱਚ ਤੇ ਵੱਡੇ ਵੱਡੇ ਬੈੱਡਾਂ ਉੱਤੇ, ਕੀਮਤੀ ਬੈੱਡਾਂ ਉੱਤੇ ਨਾ ਸੋਵਾਂ। ਭੂਮ ਸੈਣ ਮੈਂ ਜ਼ਮੀਨ ਤੇ ਸੌਂ ਜਾਵਾਂ, ਰੁੱਖੀ ਰੋਟੀ ਖਾ ਲਵਾਂ, ਮੇਰੇ ਕੋਲ ਕੋਈ ਸੌਣ ਵਾਸਤੇ ਵਧੀਆ ਕੀਮਤੀ ਬੈੱਡ ਵੀ ਨਾ ਹੋਵੇ। ਹੁਣ ਜਿੰਨੇ ਕੀਮਤੀ ਬੈੱਡ ਅਸੀਂ ਘਰਾਂ 'ਚ ਰੱਖ ਲਏ ਨੇ, ਨੀਂਦ ਤਾਂ ਆਉਂਦੀ ਨਹੀਂ। ਹੁਣ ਉਹ ਸਮਾਂ ਸੀ ਜਦੋਂ ਲੋਕੀ ਭੁੰਜੇ ਸੌਂ ਜਾਂਦੇ ਸੀ, ਤੇ ਹੁਣ ਕੀਮਤੀ ਬੈੱਡ ਵਾ ਤੇ ਨੀਂਦ ਕੋਈ ਆਉਂਦੀ ਨਹੀਂ ਹੈ। ਕਹਾਣੀ ਤਾਂ ਵਿਗੜ ਗਈ ਪਹਿਲੋਂ ਨਾਲ। ਮੈਂ ਕੋਈ ਬੈੱਡਾਂ ਦੀ ਵਿਰੋਧਤਾ ਨਹੀਂ ਕਰਨ ਦਿਆ, ਪਰ ਨੀਂਦ ਵੀ ਤਾਂ ਹੋਣੀ ਚਾਹੀਦੀ ਹੈ ਨਾ। ਤੇ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਰੁੱਖੋ ਭੋਜਨ ਭੂਮ ਸੈਣ, ਮੈਨੂੰ ਰੁੱਖਾ ਭੋਜਨ ਮਿਲਦਾ ਹੋਵੇ, ਮੈਂ ਧਰਤੀ ਉੱਤੇ ਸੌਂਦਾ ਹੋਵਾਂ, ਮੇਰੇ ਕੋਲ ਕੀਮਤੀ ਬੈੱਡ ਵੀ ਨਾ ਹੋਵੇ, ਪਰ ਇੱਕ ਗੱਲ ਜ਼ਰੂਰ ਹੋਣੀ ਚਾਹੀਦੀ ਮੇਰੀ ਜ਼ਿੰਦਗੀ 'ਚ, ਸਖੀ ਪਿਰ ਸੰਗ ਸੁਖ ਬਿਹਾਤ। ਇੰਨੀ ਪਤਲੀ ਹਾਲਤ ਹੋ ਜੇ, ਰੋਟੀ ਸੁੱਕੀ ਮਿੱਸੀ ਮਿਲਦੀ ਹੋਵੇ, ਜਿਹਨੂੰ ਬਾਬਾ ਫਰੀਦ ਜੀ ਨੇ ਕਿਹਾ ਰੁੱਖੀ ਮਿੱਸੀ ਖਾ ਕੇ ਫਰੀਦਾ ਠੰਡਾ ਪਾਣੀ ਪੀਓ। ਪਰ ਸਖੀ ਪਿਰ ਸੰਗ ਸੁਖ ਬਿਹਾਤ, ਉਹਦੇ ਨਾਲ ਸਾਡੀ ਬੀਤਣੀ ਚਾਹੀਦੀ ਆ। ਹੈ ਨਾ, ਕਹਿੰਦੇ ਜਿੱਦਾਂ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਹੋ ਕਿਰਪਾਲ ਸੁਆਮੀ ਮੇਰੇ ਤੇ ਕਿਰਪਾ ਕਰ, ਰਹਿਮਤ ਕਰ। ਕੀ ਕਰ ਕਿਰਪਾ? ਸੰਤਾਂ ਸੰਗ ਵਿਹਾਵੈ, ਮੇਰੀ ਇਹ ਆਰਜ਼ੂ, ਮੇਰੀ ਇਹ ਜ਼ਿੰਦਗੀ ਸੰਤਾਂ ਦੇ ਨਾਲ ਬਤੀਤ ਹੋਏ। ਪਰ ਸੰਤ ਉਹ ਨਹੀਂ ਜਿਨ੍ਹਾਂ ਨੇ ਬੰਦੂਕਾਂ ਰੱਖੀਆਂ ਹੋਣ, ਨਹੀਂ ਨਹੀਂ ਨਹੀਂ, ਉਹ ਜਿਹੜੇ ਰੱਬ ਰੱਬ ਜਪਦੇ ਹੋਣ, ਕੀਰਤਨ ਕਰਦੇ ਹੋਣ, ਕਥਾ ਕਰਦੇ ਹੋਣ। ਪਰ ਹੁਣ ਕਥਾ ਕੀਰਤਨ ਕਰਨ ਵਾਲਿਆਂ ਨੇ ਬੰਦੂਕਾਂ ਰੱਖੀਆਂ ਹੋਈਆਂ ਨੇ। ਇਹਨਾਂ ਨੇ ਗੁਰਦੁਆਰਿਆਂ ਨੂੰ ਵੀ ਲੜਾਈ ਦੇ ਅਖਾੜੇ ਬਣਾ ਛੱਡਿਆ ਹੈ। ਗੁਰਦੁਆਰੇ ਨਹੀਂ ਰਹੀ, ਇਹ ਜੰਗ ਦੇ ਅਖਾੜੇ ਬਣ ਗਏ ਨੇ। ਹੋ ਕਿਰਪਾਲ ਸੁਆਮੀ ਮੇਰੇ ਸੰਤਾਂ ਸੰਗ ਵਿਹਾਵੈ, ਮੇਰੀ ਇਹ ਉਮਰ, ਮੇਰਾ ਇਹ ਜ਼ਿੰਦਗੀ ਸੰਤਾਂ ਦੇ ਨਾਲ ਬਤੀਤ ਹੋਵੇ। ਸੰਤ ਤਾਂ ਆਪ ਮੰਗ ਕੇ ਰੋਟੀ ਖਾਂਦੇ ਨੇ, ਸੰਤ ਤਾਂ ਮਾੜੇ ਗਰੀਬੀ ਹਾਲਤ ਵਿੱਚ ਰਹਿੰਦੇ ਨੇ, ਤੇ ਅਸੀਂ ਉਹਨਾਂ ਨਾਲ ਰਹਿ ਕੇ ਭੁੱਖਿਆ ਮਰਨਾ। ਕਿ ਮੰਤਰੀ ਨਾ ਰਹੀਏ, ਕਿਸੇ ਪੰਚ ਸਰਪੰਚ ਨਾ ਰਹੀਏ, ਕੋਈ ਚੇਅਰਮੈਨ ਨਾ ਰਹੀਏ, ਕੁਝ ਮਿਲ ਜਾਊਗਾ ਕਿ ਸੰਤਾਂ ਨਾ? ਕਿ ਸੰਤ ਤੇ ਆਪ ਭੁੱਖੇ ਬੈਠੇ ਹੁੰਦੇ ਨੇ।
ਇਹ ਸੰਤ ਨਹੀਂ ਜਿਹੜੇ ਮੌਜੂਦਾ ਸੰਤ ਨੇ, ਮੈਂ ਉਹ ਸੰਤ ਕਰਦੇ ਆ ਜਿਹੜੇ ਹੋ ਗੁਜਰੇ ਧਰਤੀ ਤੋਂ। ਇਹ ਤਾਂ ਹੁਣ ਬਦਮਾਸ਼ੀ ਵਾਲੇ ਪਾਸੇ ਤੁਰ ਗਏ ਨਾ। ਹੋ ਕਿਰਪਾਲ ਸੁਆਮੀ ਮੇਰੇ ਸੰਤਾ ਸੰਗ ਵਿਹਾਵੈ, ਮੇਰੇ ਤੇ ਕਿਰਪਾ ਕਰ, ਮੇਰੇ ਤੇ ਰਹਿਮਤ ਕਰ, ਮੈਂ ਸੰਤਾਂ ਕੋ ਬਵਾਂ, ਮੈਂ ਉਹਨਾਂ ਕੋਲ ਬੈਠ ਕੇ ਕੀਰਤਨ ਕਰਾਂ, ਮੈਂ ਉਹਨਾਂ ਕੋਲ ਬੈਠ ਕੇ ਅੱਜ ਵੀ ਜਿਹੜਾ ਮੈਂ ਵਿਸ਼ਾ ਚੁਣਿਆ ਨਾ, ਤੇ ਭਗਤ ਰਵਿਦਾਸ ਜੀ ਨੇ ਰੱਬ ਕੋਲੋਂ ਕੀ ਮੰਗਿਆ ਹੈ? ਸੰਤਾਂ ਦੀ ਸੰਗਤ, ਇੱਕ ਰੱਬ ਦਾ ਨਾਮ, ਦੋ ਚੀਜ਼ਾਂ ਉਹਨਾਂ ਮੰਗੀਆਂ ਨੇ। ਅੱਗੇ ਚੱਲ ਕੇ ਆਪਾਂ ਇਹਨਾਂ ਦਾ ਖੁਲਾਸਾ ਕਰਾਂਗੇ। ਹੋ ਕਿਰਪਾਲ ਸੁਆਮੀ ਮੇਰੇ ਸੰਤਾਂ ਸੰਗ ਵਿਹਾਵੇ, ਤੁਦੋਂ ਭੁੱਲੇ ਸੇ ਮਰ ਮਰ ਜੰਮਦੇ ਤਿਨ ਕਦੇ ਨਾ ਚੁੱਕੇ ਹਾਵੇ। ਜਿਹੜੇ ਨਹੀਂ ਬਹਿਣਗੇ ਸੰਗਤ ਵਿੱਚ ਤੇਰੇ ਤੋਂ ਟੁੱਟ ਜਾਣਗੇ, ਜਿਹੜੇ ਤੇਰੇ ਤੋਂ ਟੁੱਟ ਜਾਣਗੇ ਉਹ ਦੁਖੀ ਹੋਣਗੇ। ਇੰਨੀ ਤੇ ਖੇਡ ਆ। ਤੇ ਮੈਂ ਕਹਿ ਰਿਹਾ ਸੀ ਗੁਰੂ ਕੀ ਬਾਣੀ ਦਾ ਵਾਕ ਆਉਂਦਾ, ਜਾਏ ਪੁੱਛੋ ਸੁਹਾਗਣੀ ਤੁਸੀਂ ਰਾਵਿਆ ਕਿੰਨੀ ਗੁਣੀ। ਤੇ ਮੈਂ ਕਿਹਾ ਸੀ ਉਹ ਮਿਲਦਾ ਨਹੀਂਗਾ। ਤੇ ਜਦੋਂ ਕੋਈ ਸੁਹਾਗਵੰਤੀ ਨਹੀਂ ਜਾ ਕੇ ਪੁੱਛਦਾ, ਜਿਗਿਆਸੂ ਜਾਂਦਾ ਜਦੋਂ ਸੁਹਾਗਵੰਤੀ ਦੇ ਕੋਲ, ਜਿਹਨੂੰ ਸੁਹਾਗ ਮਿਲ ਗਿਆ, ਜਿਹਨੂੰ ਸਹੁ ਮਿਲ ਗਿਆ, ਜਿਸ ਤਰ੍ਹਾਂ ਉਹ ਸਹੁ ਨੇੜੇ ਧਨ ਕੰਬਲੀਏ ਬਾਹਰ ਗਿਆ ਢੂੰਡੇ, ਇਹ ਕੰਬਲੀਏ ਤੇਰਾ ਪਤੀ ਤੇਰੇ ਨਕੋਲ ਵੈ। ਏਕਾ ਗ੍ਰਹਿ ਇਕਤ ਸੰਗ ਬਸਤੇ ਮਿਲ ਬਾਤ ਨਾ ਕਰਤੇ ਭਾਈ। ਜਿੱਦਾਂ ਬਾਬੇ ਕਬੀਰ ਜੀ ਨੇ ਕਿਹਾ ਨਾ, ਏਕ ਸੇਜ ਪੈ ਮਿਲਣ ਦੋਹੇਰਾ। ਇੱਕਾ ਸੇਜਾ ਤੇ ਰਹਿੰਦੇ ਨੇ। ਆਤਮਾ ਵੀ ਸਾਡੇ ਅੰਦਰ ਹੈ, ਪਰਮਾਤਮਾ ਵੀ ਸਾਡੇ ਅੰਦਰ ਆ। ਇੱਕੇ ਸੇਜ ਤੇ ਰਹਿੰਦੇ ਨੇ, ਇੱਕੇ ਬੈੱਡ ਤੇ ਰਹਿੰਦੇ ਨੇ, ਇੱਕੇ ਕਮਰੇ 'ਚ ਰਹਿੰਦੇ ਨੇ, ਪਰ ਮਿਲਦੇ ਨਹੀਂ ਹੈ। ਏਕ ਸੇਜ ਪੈ ਮਿਰਨ ਦੋਹੇਰਾ। ਹੱਦ ਹੋ ਗਈ। ਇੱਕ ਕਮਰੇ 'ਚ ਕੋਈ ਰਹਿੰਦਾ ਹੋਵੇ, ਦੋ ਰਹਿੰਦੇ ਹੋਣ, ਇੱਕ ਬੈੱਡ ਤੇ ਰਹਿੰਦੇ ਹੋਣ, ਉਹ ਮਿਲਣਾ ਤੇ ਬੜੀ ਅਸਰਜ ਬਾਤ ਹੈ। ਆਤਮਾ ਸਰੀਰ ਵਿੱਚ ਰਹਿੰਦੀ ਹੋਵੇ, ਪਰਮਾਤਮਾ ਸਰੀਰ ਵਿੱਚ ਰਹਿੰਦਾ ਹੋਵੇ ਤੇ ਮਿਲਣਾ ਹੋਵੇ। ਆਤਮਾ ਤਾਂ ਹੁਣ ਸਰੀਰ ਵਿੱਚ ਹੀ ਹੈ ਨਾ, ਤੇ ਪਰਮਾਤਮਾ ਵੀ ਸਰੀਰ ਵਿੱਚ ਵਾ। ਦੋਵੇਂ ਇੱਕ ਥਾਂ ਤੇ ਰਹਿੰਦੇ ਨੇ, ਇੱਕ ਕਮਰੇ 'ਚ ਰਹਿੰਦੇ ਨੇ, ਇੱਕ ਬੈੱਡ ਤੇ ਰਹਿੰਦੇ ਨੇ, ਫੇਰ ਵੀ ਮਿਲਦੇ ਨਹੀਂ ਹੈ। ਕਿਉਂ ਨਹੀਂ ਮਿਲਦੇ? ਸੇਜ ਏਕ ਪੈ ਮਿਲਣ ਦੋਹੇਰਾ, ਬੜਾ ਔਖਾ ਹੈ। ਤੇ ਜਾਏ ਪੁੱਛੋ ਸੁਹਾਗਣੀ, ਜਿਨ੍ਹਾਂ ਨੂੰ ਮਿਲ ਗਿਆ ਉਹਨੂੰ ਜਾ ਕੇ ਪੁੱਛੋ, ਤੁਸੀਂ ਰਾਵਿਆ ਕਿੰਨੀ ਗੁਣੀ। ਕਿੱਦਾਂ ਉਹਨੂੰ ਤੁਸੀਂ ਆਪਣੇ ਵਸ ਵਿੱਚ ਕੀਤਾ? ਕਿਸ ਤਰ੍ਹਾਂ ਤੁਸੀਂ ਉਸ ਨੂੰ ਮਿਲ ਗਈਆਂ? ਉਹ ਤਾਂ ਮਿਲਦਾ ਨਹੀਂਗਾ, ਉਹ ਤਾਂ ਮਿਲਦਾ ਬੜਾ ਔਖਾ ਹੈ। ਤੇ ਤਨ ਸੁੱਕਾ ਪਿੰਜਰ ਥੀਆ, ਤਲੀਆਂ ਖੂੰਡੇ ਕਾਗ, ਅਜੇ ਸੋ ਰੱਬ ਨਾ ਬੌੜਿਓ ਦੇਖ ਪੰਦੇ ਦੇ ਭਾਗ। ਐ ਪਰਮੇਸ਼ਰ ਤੈਨੂੰ ਜਪਦਿਆਂ ਕਹਾਂ ਪਇਓ ਤਨ ਪਇਓ ਛਿਨ ਛਿਨ, ਪ੍ਰੇਮ ਜਾਏ ਤੂੰ ਡਰਪੋ ਤੇਰੇ ਜਾ। ਤੇ ਅੱਗਿਓਂ ਸੁਹਾਗਵੰਤੀ ਨੇ ਕੀ ਕਿਹਾ? ਫਿਰ ਜਿਹੜੀਆਂ ਸੁਹਾਗਵੰਤੀਆਂ ਹੁੰਦੀਆਂ ਨੇ ਉਹ ਫਿਰ ਸਾਨੂੰ ਕਿਰਾਏ ਨਹੀਂ ਪਾਉਂਦੀਆਂ। ਇਹ ਧਰਮ ਦੇ ਲਿਬਾਸ ਪਾ ਕੇ ਫਿਰਦੀਆਂ ਨੇ, ਇਹ ਸੁਹਾਗ ਦਾ ਸ਼ਿੰਗਾਰ ਪਿਆ ਕਰਦੀਆਂ ਨੇ, ਪਰ ਇਹਨਾਂ ਕੋਲ ਸੌ ਨਹੀਂ ਹੈ। ਆਨੜੀਏ ਮਾਨੜਾ ਕਿਆ ਕਰੇ, ਆਪਨੜੇ ਕਰ ਰੰਗੋਂ ਕੀ ਹਰ ਰੰਗੋਂ ਕੀ ਨਾ ਮਾਣੇ। ਸਹੁ ਨੇੜੇ ਧਨ ਕੰਬਲੀਏ, ਤੂੰ ਕੰਬਲੀ ਹੋ ਗਈ ਆ। ਸਹੁ ਤਾਂ ਤੇਰਾ ਨੇੜੇ ਆ। ਜਿੱਦਾਂ ਭਗਤ ਰਵਿਦਾਸ ਜੀ ਨੇ ਨਹੀਂ ਕਿਹਾ, ਕਹਿ ਰਵਿਦਾਸ ਹਾਥ ਪੇ ਨੇਰੇ। ਜਿਹਨੂੰ ਤੂੰ ਮਿਲਣਾ ਹੈ ਨਾ, ਉਹ ਤੇਰੇ ਹੱਥਾਂ ਪੈਰਾਂ ਤੋਂ ਨੇੜੇ ਆ। ਇੰਨਾ ਨੇੜੇ ਹੁੰਦਿਆਂ ਵੀ ਮਿਲਦਾ ਕਿਉਂ ਨਹੀਂਗਾ? ਕਹਿ ਰਵਿਦਾਸ ਹਾਥ ਪੈ ਨੇਰੇ ਸਹਿਜੇ ਹੋਏ। ਤੂੰ ਆਪਣੇ ਆਪ ਨੂੰ ਟਿਕਾ ਲਾ। ਜੇ ਤੂੰ ਸੁਹਾਗਵੰਤੀ ਹੋਣਾ ਚਾਹੁੰਦੀ ਹੈ, ਜੇ ਉਹ ਸਹੁੰ ਨੂੰ ਤੂੰ ਮਿਲਣਾ ਚਾਹੁੰਦੀ ਹੈ, ਤੇ ਤੂੰ ਆਪਣੇ ਆਪ ਨੂੰ ਟਿਕਾ। ਹਾਂ, ਤੂੰ ਤੇ ਭੱਜੀ ਫਿਰਦੀ ਆ, ਤੂੰ ਤੇ ਦੌੜੀ ਫਿਰਦੀ ਆ, ਤੂੰ ਤੇ ਮੱਸਿਆ ਮੇਲਿਆਂ ਦੇ ਚੱਕਰਾਂ 'ਚ ਘੁੰਮੀ ਜਾਂਦੀ ਆ। ਤੇ ਇੱਦਾਂ ਤਾਂ ਸਹੁੰ ਮਿਲਦਾ ਨਹੀਂਗਾ। ਜਿੱਦਾਂ ਬਾਬੇ ਫਰੀਦ ਨੇ ਨਹੀਂ ਆਖਿਆ ਕਿ ਕੌਣ ਸੋ ਅੱਖਰ ਕਵਣ ਗੁਣ, ਕੌਣ ਸੋ ਮੰਡੀਆਂ ਮੰਤ, ਕੌਣ ਸੋ ਵੇਸੋ ਹੋਂ ਕਰੀ ਜਿਤ ਵਸ ਆਵੇ ਕੰਤ।
ਤੇ ਜਾਏ ਪੁੱਛੋ ਸੁਹਾਗਣੀ। ਤੇ ਸੁਹਾਗਣੀਆਂ ਕੀ ਕਹਿੰਦੀਆਂ ਨੇ? ਨਿਮਨ ਸੁਅਖਰਾ, ਇੱਕ ਤੇ ਤੂੰ ਜਾਏ ਪੁੱਛੋ ਸੁਹਾਗਣੀ, ਤੁਸੀਂ ਰਾਵਿਆ ਕਿੰਨੀ ਗੁਣੀ, ਸਹਿਜ ਸੰਤੋਖ ਸ਼ਿੰਗਾਰੀਆ, ਤੂੰ ਆਪਣੇ ਆਪ ਨੂੰ ਟੰਗਾ ਲਾ। ਸਹਿਜ ਸੰਤੋਖ ਤੇ ਲਾਲਚੀ ਤੇ ਲੋਭੀ ਸੁਭਾਅ ਦਾ ਤਿਆਗ ਕਰ ਦੇ। ਸਹਿਜ ਸੰਤੋਖ ਸ਼ਿੰਗਾਰੀਆ। ਤੇ ਤੀਸਰੀ ਗੱਲ ਹੈ ਮਿੱਠਾ ਬੋਲਣੀ। ਤੂੰ ਤੇਰੀ ਜ਼ੁਬਾਨ ਵਿੱਚੋਂ ਕੋਈ ਕੌੜਾ ਬੋਲ ਨਹੀਂ ਨਿਕਲਣਾ ਚਾਹੀਦਾ। ਜੇ ਤੂੰ ਕੌੜਾ ਬੋਲ ਗਈ ਹੋ ਨਾ, ਤੈਨੂੰ 100 ਨਹੀਂ ਉਹ ਮਿਲਣਾ। ਇਹ ਉਹਦੀ ਨਿਸ਼ਾਨੀ ਹੈ, ਕਿਉਂਕਿ ਉਹਦਾ ਸੁਭਾਅ ਮਿੱਠਾ ਵਾ ਤੇ ਤੇਰਾ ਸੁਭਾਅ ਕੌੜਾ ਵਾ, ਤੇ ਕਿੱਦਾਂ ਮਿਲਣ ਹੋਊਗਾ? ਮਿੱਠ ਬੋਲੜਾ ਜੀ, ਮਿੱਠ ਬੋਲੜਾ ਜੀ, ਹਰ ਸੱਜਣ ਸੁਆਮੀ ਮੇਰਾ ਮੋਰਾ, ਕੌੜਾ ਬੋਲ ਨਾ ਜਾਣੇ। ਉਹਨੂੰ ਕੌੜਾ ਬੋਲਣਾ ਹੀ ਨਹੀਂ ਆਉਂਦਾ। ਲਓ, ਰੱਬ ਨੂੰ ਸਭ ਕੁਝ ਬਾਕੀ ਆਉਂਦਾ ਹੈ। ਜੇ ਰੱਬ ਨੂੰ ਵੀ ਨਹੀਂ ਕੁਛ ਨਹੀਂ ਆਉਂਦਾ ਤਾਂ ਇੱਕ ਗੱਲ ਨਹੀਂ ਆਉਂਦੀ, ਕੌੜਾ ਬੋਲ ਨਾ ਜਾਣੇ। ਉਹਨੂੰ ਕੌੜਾ ਨਹੀਂ ਬੋਲਣਾ ਆਉਂਦਾ। ਤੇ ਮਹਾਰਾਜ ਕਹਿੰਦੇ ਸਹਿਜ ਸੰਤੋਖ ਸ਼ਿੰਗਾਰੀਆ, ਮਿੱਠਾ ਬੋਲਣੀ। ਜੇ ਤੂੰ ਉਸ ਨੂੰ ਮਿਲਣਾ ਚਾਹੁੰਦਾ ਹੈ, ਜੇ ਤੂੰ ਸੁਹਾਗਣ ਹੋਣੀ ਚਾਹੁੰਦਾ, ਜੇ ਤੂੰ 100 ਚਾਹੁੰਦਾ ਹੈ, ਆਪਣੇ ਆਪ ਨੂੰ ਸੁਹਾਗਵੰਤੀ ਮੰਨਣਾ ਚਾਹੁੰਦਾ ਹੈ, ਕਰਾਉਣਾ ਚਾਹੁੰਦਾ, ਆਪਣੇ ਆਪ ਨੂੰ ਸੁਹਾਗ ਲੈਣਾ ਚਾਹੁੰਦਾ ਤੂੰ, ਤੇ ਫਿਰ ਮਿੱਠਾ ਬੋਲਣੀ, ਕੌੜਾ ਨਹੀਂ। ਕਿਉਂਕਿ ਵੇਖੋ, ਬੰਦੇ ਦਾ ਉੱਥੇ ਹੀ ਮਿਲਣ ਜੁਲਣ ਹੁੰਦਾ ਜਿੱਥੇ ਸੁਭਾਅ ਰਲ ਜਾਵੇ। ਜਿੱਥੇ ਸੁਭਾਅ ਨਾ ਰਲੇ ਉੱਥੇ ਬੰਦਾ ਫਿਰ ਰਲ ਕੇ ਚੱਲਦਾ ਨਹੀਂ ਗਾ। ਤੇ ਰੱਬ ਦਾ, ਪਰਮੇਸ਼ਰ ਦਾ ਸੁਭਾਅ ਮਿੱਠਾ ਹੈ। ਮਿੱਠ ਬੋਲਣਾ ਜੀ, ਬੋਲੜਾ ਜੀ, ਹਰ ਸੱਜਣ ਸੁਆਮੀ ਮੇਰਾ। ਤੇ ਅਸੀਂ ਜਿੱਦਣ ਕੌੜਾ ਬੋਲਤਾ, ਉਸੇ ਵੇਲੇ ਉਹਨੇ ਕੰਠ ਕਰ ਦੇਣੀ ਸਾਡੇ ਤੋਂ ਕਿ ਤੇਰਾ ਮੇਰਾ ਤਲਾਕ ਹੈ। ਅਸੀਂ ਮਿੱਠ ਬੋਲੜੇ ਆ, ਤੂੰ ਕੌੜਾ ਬੋਲਦਾ ਹੈ, ਤੇਰਾ ਮੇਰਾ ਮਿਲਣ ਹੋਣਾ ਹੀ ਨਹੀਂ ਹੈ। ਤੂੰ ਨਿਮਨ ਸੁਅਖਰ, ਤੂੰ ਸੁਹਾਗਵੰਤੀ ਨੇ, ਜਦੋਂ ਸੁਹਾਗਵੰਤੀ ਨੂੰ ਜਾ ਕੇ ਪੁੱਛਿਆ ਦੁਹਾਗਣ ਨੇ ਕਿ ਮੇਰਾ ਵੀ ਮਿਲਣ ਹੋ ਸਕਦਾ ਹੈ। ਹੁਣ ਬਾਬਾ ਫਰੀਦ ਨੇ ਆਖਿਆ ਵੀ ਹੋ ਸਕਦਾ ਹੈ, ਤੇ ਦੱਸੋ ਫਿਰ ਕਿਸ ਤਰ੍ਹਾਂ ਹੋਵੇ ਮੇਰਾ ਮਿਲਣ? ਕਵਣ ਸੁਅਖਰ ਕਵਣ ਸੁਗੁਣ ਕਵਣ ਸੁਮਣੀਆਂ ਮੰਤ, ਕੌਣ ਸੋ ਵੇਸੋ ਹੋਂ ਕਰੀ ਜਿਤ ਵਸ ਆਵੇ ਕੰਤ। ਬਾਰ ਬਾਰ ਰੱਬ ਨੂੰ ਕੰਤ ਕਿਹਾ, ਬਾਰ ਬਾਰ। ਉਹ ਕੰਤ ਹੈ, ਉਹ ਖਸਮ ਹੈ, ਉਹ ਮਾਲਕ ਹੈ। ਅਸੀਂ ਉਹਦੀਆਂ ਇਸਤਰੀਆਂ ਨੇ, ਸੁਹਾਗਣਾਂ ਨੇ। ਤੇ ਅੱਗੇ ਬਾਬੇ ਫਰੀਦ ਨੇ ਆਖਿਆ ਗੱਲ ਸੁਣ ਲਾ, ਕੋਈ ਬਹੁਤੀ ਲੰਬੀ ਚੌੜੀ ਵਿਆਖਿਆ ਦੀ ਲੋੜ ਨਹੀਂ ਹੈ ਵੀ ਤੂੰ ਗਿਆਨ ਫਲਾਸਫੀਆਂ ਘੋਟਦਾ ਫਿਰੇ। ਇਹ ਨਹੀਂ ਹੈ ਬਾਤ। ਨਿਮਨ ਸੁਅਖਰ, ਨਿਮ ਜਾ, ਮਿੱਠਾ ਹੋ ਜਾ, ਕੜੱਤਨ ਕੱਢ ਦੇ। ਤੇਰੇ ਅੰਦਰ ਜ਼ਹਿਰ ਨਹੀਂ ਹੋਣੀ ਚਾਹੀਦੀ, ਤੇਰੇ ਅੰਦਰ ਈਰਖਾ ਦੀ ਜ਼ਹਿਰ ਨਹੀਂ ਹੋਣੀ ਚਾਹੀਦੀ, ਤੇਰੇ ਅੰਦਰ ਕੌੜੇ ਬੋਲਣ ਦੀ ਜ਼ਹਿਰ ਨਹੀਂ ਹੋਣੀ ਚਾਹੀਦੀ। ਇਹ ਜ਼ਹਿਰ ਹੈ। ਤੇ ਇਹ ਜਿਹੜੀ ਜ਼ਹਿਰ ਵਾ ਨਾ, ਅੱਜ ਧਰਤੀ ਤੇ ਫੈਲਦੀ ਜਾ ਰਹੀ ਹੈ। ਜਿਸ ਤਰ੍ਹਾਂ ਗੁਰੂ ਕੀ ਬਾਣੀ ਦਾ ਵਾਕ ਆਉਂਦਾ ਹੈ, ਬਿਖ ਬਿਖਿਆ ਪਸਰੀ ਅਤ ਘਣੀ। ਇਹ ਪਸਰਦੀ ਜਾ ਰਹੀ ਹੈ। ਜਿਸ ਤਰ੍ਹਾਂ 1984 ਦੇ ਲਾਗੇ ਭੋਪਾਲ ਗੈਸ ਕਾਂਡ ਹੋ ਗਿਆ ਸੀ, ਗੈਸ ਲੀਕ ਹੋ ਗਈ। ਕਿਸੇ ਕਾਰਖਾਨੇ ਵਿੱਚੋਂ ਗੈਸ ਲੀਕ ਹੋ ਗਈ ਤੇ 1000 ਕੋਈ 30,000 ਬੰਦਾ ਖਣੀ ਮਰ ਗਿਆ, ਪਤਾ ਨਹੀਂ ਕਿੰਨੇ ਹਜ਼ਾਰ ਬੰਦਾ ਮਰ ਗਿਆ, ਗੈਸ ਲੀਕ ਹੋ ਗਈ। ਤੇ ਇਹ ਸਾਡੇ ਅੰਦਰੋਂ ਈਰਖਾ ਨਿਤ ਲੀਕ ਹੋ ਰਹੀ ਹੈ। ਇਹ ਗੈਸ ਵੱਧ ਰਹੀ ਹੈ ਈਰਖਾ ਦੀ। ਤੇ ਬਾਬਾ ਜੀ ਕਹਿੰਦੇ ਨੇ, ਫਰੀਦ ਸਾਹਿਬ ਕਹਿੰਦੇ ਨੇ, ਨਿਮਨ ਸੁਅਖਰ ਖਮਣ ਗੁਣ, ਇੱਕ ਤੇ ਤੂੰ ਮਿੱਠਾ ਬੋਲ। ਇਹ ਹੁਣ ਸਾਡੇ ਕੋਲ ਨਹੀਂ ਰਿਹਾ। ਸਾਡੇ ਕੋਲ ਕਥਾ ਹੀ ਆ, ਮਿੱਠਾ ਸੁਭਾਅ ਤੇ ਸਾਡਾ ਵੀ ਨਹੀਂ ਭਾਈ। ਅਸੀਂ ਵੀ ਜ਼ਹਿਰ ਉਗਲਦੇ ਹਾਂ। ਅਸੀਂ ਵੀ ਸਟੇਜਾਂ 'ਤੇ ਬੈਠ ਕੇ ਲੋਕਾਂ ਨੂੰ ਭੜਕਾਉਂਦੇ ਹਾਂ, ਗੋਲੀਆਂ ਮਾਰਦੀਆਂ, ਅਸੀਂ ਗੋਲੀਆਂ ਮਾਰ ਦਿਆਂਗੇ। ਇਹ ਕਿੱਧਰ ਨੂੰ ਕੌਮ ਸਾਡੀ ਤੁਰ ਗਈ? ਕਥਾ ਵਿੱਚ ਗੋਲੀਆਂ ਦਾ ਜ਼ਿਕਰ, ਕਥਾ ਕਰਨ ਆ ਰਹੇ ਤੁਸੀਂ ਬੰਦੂਕਾਂ ਲੈ ਕੇ ਆ ਰਹੇ ਹੋ। ਇਹ ਕਥਾ ਹੋਊਗੀ ਕਿ ਜੰਗ ਹੋਊਗੀ? ਗੁਰਦੁਆਰੇ ਇਹ ਕਿੱਧਰ ਨੂੰ ਭਰ ਗਏ ਸੀ? ਕਿਹੜੇ ਰਾਹ ਪੈ ਗਏ ਸੀ?
ਤੇ ਨਿਵਣ ਸੁਅੱਖਰ ਖਵਣ ਗੁਣ। ਇੱਕ ਤੇ ਮਿੱਠਾ ਤੇ ਦੂਸਰਾ ਕਿਸੇ ਦੀ ਕਈ ਗੱਲ ਨੂੰ ਸਹਾਰ ਜਾ। ਇਹ ਵੀ ਨਹੀਂ ਕੰਮ ਹੁੰਦਾ ਸਾਡੇ ਕੋਲ। ਮੇਲੇ ਮੱਸਿਆ ਪਾਠ ਪੂਜਾ ਬੜੀ ਕਰ ਲੈਂਦੇ ਅਸੀਂ, ਤੇ ਪਰ ਕਿਸੇ ਦੀ ਕਹੀ ਹੋਈ ਗੱਲ ਇੱਕ ਮਾਸਾ ਜਿੰਨੀ ਵੀ ਸਾਡੇ ਕੋਲ ਸਹਾਰੀ ਨਹੀਂ ਜਾਂਦੀ, ਅੱਗ ਹੀ ਲੱਗ ਜਾਂਦੀ ਹੈ, ਅੰਦਰ ਸਾੜਾ ਹੀ ਪੈਦਾ ਹੋ ਜਾਂਦਾ, ਕਲੇਸ਼ ਹੀ ਪੈਦਾ ਹੋ ਜਾਂਦਾ। ਤਾਂ ਆਪਣਾ ਵਿਸ਼ਾ ਲੰਮਾ ਨਾ ਹੋ ਜੇ। ਨਿਵਣ ਸੁਅੱਖਰ ਖਵਣ ਗੁਣ, ਜੇਬਾ ਮਣੀਆਂ ਮੰਤ। ਜ਼ਬਾਨ ਦੇ ਉੱਤੇ ਤੇਰੇ ਮਿੱਠਾ ਮੰਤਰ ਹੋਣਾ ਚਾਹੀਦਾ, ਅਥਵਾ ਤੇਰੀ ਜ਼ਬਾਨ ਉੱਤੇ ਕੋਈ ਕੌੜਾ ਬੋਲ ਨਹੀਂ ਹੋਣਾ ਚਾਹੀਦਾ। ਤੇ ਜਿੱਦਣ ਤੂੰ ਇਹ 3 ਕੰਮ ਕਰ ਲੈ, ਇੱਕ ਤੇ ਨਿਮਣਾ ਸਿੱਖ ਲਿਆ, ਹੱਥ ਜੋੜਨੇ, ਬੰਦੂਕਾਂ ਨਾ ਚੁੱਕੀ ਫਿਰੋ, ਨਿਮਣ ਸੁਅੱਖਰ। ਦੂਸਰਾ ਖਵਣ ਗੁਣ, ਕਿਸੇ ਨੇ ਕੋਈ ਕਬੋਲ ਕਹਿਤਾ, ਕੌੜਾ ਬੋਲ ਕਹਿਤਾ, ਤੇ ਉਹਨੂੰ ਸਹਾਰ ਜਾ ਜੇ ਤੂੰ ਉਸ ਨੂੰ ਮਿਲਣਾ। ਤੇ ਜੇ ਤੂੰ ਇਹ ਕੰਮ ਨਹੀਂ ਕਰੇਂਗੀ, ਤੀਸਰਾ ਗੁਣ ਹੈ ਜੇਬਾ ਮਣੀਆਂ ਮੰਤ, ਜ਼ਬਾਨ ਤੋਂ ਮਿੱਠ ਬੋਲ ਤੂੰ। ਇਹ ਤ੍ਰੈ ਭੈਣੇ ਵੇਸ ਕਰ, ਤਾਂ ਵਸਿਆ ਵੀ ਕੰਤ। ਜਿੱਦਣ ਤੇਰੇ ਤੇ ਵੇਖੋ ਇਹ ਤੇਰੇ ਕੋਲ 3 ਗੁਣ ਹੋ ਗਏ ਨਾ, ਉਹਨੇ ਤੈਨੂੰ ਆਪੇ ਹੀ ਪਸੰਦ ਕਰ ਲੈਣਾ। ਜਿਸ ਤਰ੍ਹਾਂ ਕਿਸੇ ਦੀ ਕੋਈ ਧੀ ਭੈਣ ਸੋਹਣੀ ਸੁਨੱਖੀ ਹੋਵੇ, ਪੜ੍ਹੀ ਲਿਖੀ ਹੋਵੇ, ਉਹਨੂੰ ਆਪਾਂ ਪਸੰਦ ਕਰ ਲੈਂਦੇ ਵੀ ਧੀ ਸੋਹਣੀ ਸੁਨੱਖੀ ਜਵਾਨ ਹੈ ਤੇ ਪੜ੍ਹੀ ਲਿਖੀ ਹੈ, ਤੇ ਸਾਨੂੰ ਧੀ ਇਹ ਧੀ ਦਾ ਰਿਸ਼ਤਾ ਸਾਨੂੰ ਦੇ ਦਿਓ। ਚਲੋ ਹੁਣ ਤਾਂ ਉਹ ਫੇਸਬੁੱਕਾਂ ਦੀ ਕਹਾਣੀ, ਕਲੇਸ਼ ਬੁੱਕ 'ਤੇ ਕਹਾਣੀ ਮੁੱਕ ਜਾਂਦੀ, ਅਤੇ ਮੁੜ ਕੇ ਚੌਥੇ ਕੁ ਦਿਨ ਰੋਂਦੀਆਂ ਫਿਰਦੀਆਂ ਨੇ, ਜਿਹੜੀਆਂ ਕਲੇਸ਼ ਬੁੱਕਾਂ ਰਾਹੀਂ ਆਪਣੇ ਸੰਬੰਧ ਜੋੜ ਲੈਂਦੀਆਂ ਨੇ। ਮੈਂ ਕਹਿ ਰਿਹਾ ਸੀ ਜਿਹੜੀਆਂ ਕੋਈ ਇਹ ਵੇਸ ਧਾਰਨ ਕਰ ਲੈਂਦੀਆਂ ਨੇ, ਇਹ ਭੈਣੇ, ਇਹ ਤ੍ਰੈ ਭੈਣੇ ਵੇਸ ਕਰ। ਜਿੱਦਣ ਤੇਰੇ ਕੋਲ 3 ਗੁਣ ਹੋਣਗੇ, ਉਹ ਤੈਨੂੰ ਪਸੰਦ ਕਰ ਲੂਗਾ ਤੇ ਤੇਰਾ 100% ਬਣ ਜਾਊਗਾ। ਤੇ ਜਾਏ ਪੁੱਛੋ ਸੁਹਾਗਣੀ, ਤੁਸੀਂ ਰਾਵਿਆ ਕਿੰਨੀ ਗੁਣੀ, ਸਹਿਜ ਸੰਤੋਖ ਸ਼ਿੰਗਾਰੀਆ ਮਿੱਠਾ ਬੋਲਣੀ। ਜਿਸ ਤਰ੍ਹਾਂ ਕਹਿੰਦੇ ਲਾਲਣ ਰਾਵਿਆ ਕਵਣ ਗਤੀਰੀ, ਸਖੀ ਬਤਾਵੋ ਮੁਝੇ ਮਤੀਰੀ। ਤੇ ਸਾਨੂੰ ਤੇ ਸੁਹਾਗ ਦੀ ਲੋੜ ਹੀ ਨਹੀਂ ਆ, ਅਸੀਂ ਤੇ ਸੁਹਾਗਵੰਤੀਆਂ ਹੋਣਾ ਹੀ ਨਹੀਂ ਚਾਹੁੰਦੀਆਂ। ਅਸੀਂ ਤਾਂ ਇਸ ਤਰ੍ਹਾਂ ਹੀ ਆਤਮਾ ਆਪਣੀ ਤੜਫਾਉਣਾ ਚਾਹੁੰਦੇ, ਅੰਦਰ ਇੱਦਾਂ ਹੀ ਕਲਪਨਾ 'ਚ ਜ਼ਿੰਦਗੀ ਕੱਟਣਾ ਚਾਹੁੰਦੇ। ਅਸੀਂ ਤਾਂ 100 ਨੂੰ ਮਿਲਣਾ ਹੀ ਨਹੀਂ ਚਾਹੁੰਦੇ। ਤੇ ਜਿਹੜੇ ਕੁਝ ਜਗਿਆਸਾ ਰੱਖਦੇ ਨੇ, ਉਹ ਪਖੰਡੀਆਂ ਦੇ ਚੱਕਰ 'ਚ ਪੈ ਜਾਂਦੇ ਨੇ, ਉਹਨਾਂ ਨੂੰ ਉਕਰਾਹੇ ਪਾ ਦਿੰਦੇ ਨੇ। ਤੇ ਇਹ ਸੀ ਸਾਡਾ ਉਸ ਦਿਨ ਵਿਸ਼ਾ। ਅੱਜ ਹੁਣ ਇੱਕ ਸ਼ਬਦ ਭਗਤ ਰਵਿਦਾਸ ਜੀ ਦਾ ਅਸੀਂ ਲੈਣਾ ਹੈ ਕਿ ਭਗਤ ਰਵਿਦਾਸ ਜੀ ਨੇ ਰੱਬ ਅੱਗੇ ਜਦੋਂ ਅਰਦਾਸ ਕੀਤੀ ਆ, ਤੇ ਅਰਦਾਸ ਵਿੱਚ ਉਹਨਾਂ ਨੇ ਕੀ ਕੀ ਮੰਗਿਆ। ਉਹ ਧੰਨੇ ਜੱਟ ਨੇ ਅਰਦਾਸ ਕੀਤੀ ਕਿ ਗਊ ਭੈਂਸ ਮੰਗੋ ਲਵੇਰੀ, ਕੋਈ ਫੰਡਰ ਨਾ ਮੈਨੂੰ ਦੇ ਦੀ, ਮੈਨੂੰ ਲਵੇਰੀ ਗਾਂ ਦੇ ਕੇ ਜਾ। ਇੱਕ ਤਾਜਣ ਤੁਰੀ ਚੰਗੇਰੀ, ਇੱਕ ਘੋੜੀ ਦੇ ਕੇ ਜਾ। ਘਰ ਕੀ ਗੀਹਣ ਚੰਗੀ, ਘਰ ਵਾਲੀ ਚੰਗੀ ਹੋਵੇ, ਇਹ ਧੰਨਾ ਲੈਵੇ ਮੰਗੀ। ਆਟਾ ਦੇ, ਦਾਲ ਦੇ, ਰੋਟੀ ਪਾਣੀ ਖਾਣਾ ਵਾ, ਤਾਂ ਮਾਲਾ ਫਿਰਨੀ। ਕਬੀਰ ਕਹਿੰਦਾ ਨਹੀਂ ਤੇ ਮੈਂ ਮਾਲਾ ਨਹੀਂ ਫੇਰਨੀ ਤੇਰੀ। ਭੁੱਖੇ ਭਗਤ ਨਾ ਕੀਜੇ ਜੇ ਮਾਲਾ, ਫੜੋ ਆਪਣੀ ਮਾਲਾ, ਅਸੀਂ ਨਹੀਂ ਫੇਰਦੇ। ਅੱਜ ਜਦੋਂ ਹੁਣ ਭਗਤ ਜੀ ਅਰਦਾਸ ਕਰ ਰਹੇ ਨੇ ਰੱਬ ਅੱਗੇ, ਤੇ ਕੀ ਮੰਗਦੇ ਨੇ, ਆਓ ਆਪਾਂ ਸ਼ਬਦ ਸ਼ਰਵਣ ਕਰੋ ਤੇ ਫਿਰ ਵਿਆਖਿਆ ਕਰੀਏ। ਸੰਤ ਚੀ ਸੰਗਤ, ਇਹ ਪਰਮੇਸ਼ਰ ਮੈਨੂੰ ਸੰਤਾਂ ਦੀ ਸੰਗਤ ਦੇ। ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਨੇ ਕਿਹਾ, ਕਰਤਾ ਤੂੰ ਮੇਰਾ ਜਜਮਾਨ। ਜਜਮਾਨ ਹੁੰਦਾ ਜਿਹਦੇ ਕੋਲ ਕੁਝ ਲਿਆ ਜਾਵੇ, ਤੇ ਰੱਬ ਵਾ ਦੇਣ ਵਾਲਾ, ਤੇ ਸਿੱਖ ਜਗਿਆਸੂ ਆ, ਮੰਗਦਾ ਹੈ। ਤੇ ਕਰਤਾ ਤੂੰ ਮੇਰਾ ਜਜਮਾਨ, ਇੱਕ ਦਖਣਾ ਮੈਂ ਤੇਰੇ ਕੋਲ ਮੰਗ ਰਿਹਾ, ਮੈਂ ਤੇਰੇ ਕੋਲ ਦਖਣਾ ਮੰਗ ਰਿਹਾ। ਇਹ ਹੁੰਦਾ ਦਾਨ ਦਛਣਾ। ਦਛਣਾ ਦਾ ਮਤਲਬ ਹੁੰਦਾ ਜਿਹੜਾ ਦੰਦਾਂ ਦੇ ਨਾਲ ਚੀਜ਼ ਨੂੰ ਚਬਾਇਆ ਜਾਵੇ, ਉਹਨੂੰ ਕਹਿੰਦੇ ਦਛਣਾ। ਵੀ ਦੰਦਾਂ ਨਾਲ ਖਵਾਤਾ ਭੋਜਨ, ਉਹਨੂੰ ਕਹਿੰਦੇ ਦਛਣਾ। ਤੇ ਹੁੰਦਾ ਇੱਕ ਹੁੰਦਾ ਦਾਨ। ਦਾਨ ਹੁੰਦਾ ਜਿਹੜਾ ਦਾਏਂ ਹੱਥ ਨਾਲ ਦਿੱਤਾ ਜਾਵੇ। ਇੱਕ ਹੁੰਦਾ ਬਾਏਂ ਹੱਥ, ਇੱਕ ਹੁੰਦਾ ਦਾਏਂ ਹੱਥ। ਜਿਹੜਾ ਦਾਏਂ ਹੱਥ ਨਾਲ ਦਿੱਤਾ ਜਾਵੇ, ਜਿਹਨੂੰ ਸੱਜਾ ਖੱਬਾ ਕਹਿੰਦੇ ਆ, ਤੇ ਹਿੰਦੀ ਸੰਸਕ੍ਰਿਤ 'ਚ ਇਹਨੂੰ ਦਾਏਂ ਬਾਏਂ ਕਹਿੰਦੇ ਆ।
ਜਿਹੜਾ ਦੰਦਾਂ ਨਾਲ ਚੱਬਿਆ ਜਾਵੇ, ਕੋਈ ਚੀਜ਼ ਦੇਵੇ ਉਹਨੂੰ ਦੰਦਾਂ ਨਾਲ ਅਸੀਂ ਚੱਬ ਲਈਏ ਭੋਜਨ ਆਦਿਕ, ਉਹਨੂੰ ਕਹਿੰਦੇ ਨੇ ਦਛਣਾ, ਦੰਦਾਂ ਨਾਲ ਚੱਬੀ ਹੋਈ ਚੀਜ਼। ਅਤੇ ਇੱਕ ਹੁੰਦਾ ਦਾਨ, ਦਾਨ ਦਛਣਾ। ਅਤੇ ਦਛਣਾ ਤੋਂ ਬਾਅਦ ਫਿਰ ਦਾਨ ਦਿੱਤਾ ਜਾਂਦਾ ਸੀ, ਪੈਸੇ ਵੀ ਦਿੱਤੇ ਜਾਂਦੇ ਸੀ। ਅਤੇ ਇੱਕ ਦਖਣਾ ਹਉ ਤੈ ਪੇ ਮੰਗੋ ਦੇ ਆਪਣਾ ਨਾਮ, ਗੁਰੂ ਨਾਨਕ ਸਾਹਿਬ ਨਾਮ ਮੰਗਦੇ ਨੇ। ਅਤੇ ਇੱਥੇ ਜਦੋਂ ਭਗਤ ਨੇ ਆਖਿਆ ਨਾ ਪਰਮੇਸ਼ਰ ਨੂੰ, ਪਰਮੇਸ਼ਰ ਨੇ ਆਖਿਆ ਕੀ ਮੰਗਦੇ ਹੋ ਤੁਸੀਂ? ਕਿਉਂਕਿ ਭਗਤਾਂ ਦੇ ਨਾਲ ਭਗਤ ਸੰਗ ਪ੍ਰਭ ਗੋਸ਼ਟ ਕਰਤ, ਉਹਨੂੰ ਪੁੱਛਦੇ ਆ ਤੈਨੂੰ ਕੀ ਚਾਹੀਦਾ। ਕਈ ਵਾਰੀ ਹੁੰਦੀ ਬੰਦਾ ਕੋਈ ਰੱਬ ਨਾ ਪੂਰੀ ਕਰੇ ਅਤੇ ਉਹਦੇ ਕੋਲ ਮੰਗ ਲੈਂਦੇ ਨੇ। ਮਾਧੋ ਕੈਸੀ ਬਣੀ ਤੁਮ ਸੰਗੇ, ਤੇਰਾ ਮੇਰਾ ਕਾਹਦਾ ਸੰਗ ਬਣਿਆ ਹੋਇਆ। ਆਪ ਨਾ ਦੇਹੋ ਤੇ ਲੇਵੋ ਮੰਗੇ, ਤੂੰ ਨਹੀਂ ਦੇਵੇਗਾ ਅਸੀਂ ਮੰਗ ਲਵਾਂਗੇ। ਉੱਦਾਂ ਤੇ ਅਬਲ ਤੇ ਤੇਰਾ ਫਰਜ਼ ਬਣਦਾ ਤੂੰ ਆਪਣੇ ਆਪ ਦੇ ਕੇ ਜਾ, ਜੇ ਨਹੀਂ ਦੇਵੇਂਗਾ ਤਾਂ ਅਸੀਂ ਮੰਗ ਲਵਾਂਗੇ ਤੇਰੇ ਕੋਲ। ਤੇ ਜਦੋਂ ਧੰਨ ਭਗਤ ਰਵਿਦਾਸ ਜੀ ਨੂੰ ਪੁੱਛਿਆ ਤੁਸੀਂ ਕੁਛ ਮੰਗ ਲਓ, ਤੇ ਭਗਤ ਜੀ ਕਹਿੰਦੇ ਨੇ ਸੰਤ ਚੀ ਸੰਗਤ, ਮੈਨੂੰ ਸੰਤਾਂ ਦੀ ਸੰਗਤ ਦੇ ਦੇ, ਮੈਂ ਹੋਰ ਨਹੀਂ ਤੇ ਸਕੂ ਕੁਛ ਮੰਗਦਾ, ਆਟਾ ਦਾਲ ਕੁਛ ਨਹੀਂ ਮੈਂ ਮੰਗਦਾ ਤੇਰੇ ਕੋਲ। ਤੇ ਕਿਸੇ ਨੇ ਆਖਿਆ ਵੀ ਸੰਤਾਂ ਦੀ ਸੰਗਤ ਤੁਸੀਂ ਕਿਉਂ ਮੰਗਦੇ ਹੋ? ਰੱਬ ਨੇ ਆਖਿਆ। ਤੇ ਭਗਤ ਜੀ ਕਹਿੰਦੇ ਨੇ ਸੰਤ ਤੁਜੀ ਤਨ, ਇਹ ਜਿਹੜੇ ਸੰਗਤ ਹੁੰਦੇ ਆ ਨਾ, ਰੱਬ ਦੇ ਪਿਆਰੇ ਹੁੰਦੇ ਆ, ਜਿਹੜੀ ਸੰਗਤ ਹੁੰਦੀ ਆ ਨਾ, ਸੰਤ ਤੁਜੀ ਤਨ। ਜੇ ਕਿਸੇ ਨੇ ਰੱਬ ਦੇ ਸਰੀਰ ਦਾ ਦਰਸ਼ਨ ਕਰਨਾ ਹੋਵੇ ਨਾ, ਤੇ ਸੰਗਤ ਦਾ ਦਰਸ਼ਨ ਹੀ ਰੱਬ ਦਾ ਦਰਸ਼ਨ ਹੈ। ਕਿਉਂਕਿ ਇਹ ਬਾਣੀ ਨੇ ਬਾਰ-ਬਾਰ ਸਾਨੂੰ ਸੰਗਤ ਦੀ ਹਦਾਇਤ ਕੀਤੀ, ਸੰਗਤ ਵਿੱਚ ਬਹਿ ਜਾਓ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਬਿਨ ਸੰਗਤ ਐਸੇ ਰਹੇ ਜੈਸੇ ਪਸ ਢੋਰ। ਤੇ ਜਦੋਂ ਰਵਿਦਾਸ ਜੀ ਨੂੰ ਪੁੱਛਿਆ ਵੀ ਤੁਸੀਂ ਕਿਉਂ ਮੰਗਦੇ ਹੋ ਸੰਤਾਂ ਦੀ ਸੰਗਤ? ਇਹ ਠੀਕ ਹੈ ਕਿ ਧਰਤੀ ਉੱਤੇ ਬਹੁਤ ਕੁਛ ਮਾੜਾ ਹੋ ਗਿਆ ਹੈ, ਹੁਣ ਸੰਤ ਨਹੀਂ ਰਹੇ। ਤੇ ਇਹ ਨਹੀਂ ਵੀ ਕਦੀ ਇਹ ਹੋਏ ਸੀ ਕਦੀ ਧਰਤੀ ਉੱਤੇ। ਤੇ ਕਿ ਜਦੋਂ ਪੁੱਛਿਆ ਵੀ ਤੂੰ ਸੰਤਾਂ ਦੀ ਸੰਤ ਚੀ ਸੰਗਤ, ਤੇ ਕਿਸੇ ਨੇ ਆਖਿਆ ਤੁਸੀਂ ਸੰਤਾਂ ਦੀ ਕਿਉਂ ਸੰਗਤ ਮੰਗਦੇ ਹੋ? ਤੇ ਭਗਤ ਰਵਿਦਾਸ ਜੀ ਕਹਿੰਦੇ ਨੇ ਸੰਤ ਤੁਜੀ ਤਨ, ਕਹਿੰਦੇ ਜਿਹੜਾ ਸਾਧੂ ਦੇ ਦਰਸ਼ਨ ਹੁੰਦਾ ਨਾ, ਜਿਹੜਾ ਉਹ ਰੱਬ ਦਾ ਦਰਸ਼ਨ ਹੁੰਦਾ ਹੈ। ਜਿਹੜਾ ਸੰਗਤ ਦਾ ਦਰਸ਼ਨ ਹੁੰਦਾ ਹੈ ਉਹ ਰੱਬ ਦਾ ਦਰਸ਼ਨ ਹੁੰਦਾ ਹੈ। ਕਿਉਂਕਿ ਵਿੱਚ ਸੰਗਤ ਹਰ ਪ੍ਰਭ ਵਸੇ ਜੀਓ, ਸੰਗਤ ਵਿੱਚ ਰੱਬ ਵਸਦਾ ਹੈ। ਜਿਹੜਾ ਸੰਗਤ ਵਿੱਚ ਨਹੀਂ ਨਾ ਬਹਿੰਦਾ ਉਹ ਰੱਬ ਦਾ ਦਰਸ਼ਨ ਨਹੀਂ ਕਰ ਸਕਦਾ। ਜਦੋਂ ਗੁਰੂ ਅਰਜਨ ਦੇਵ ਨੇ ਭਗਤਾਂ ਦਾ ਜ਼ਿਕਰ ਕੀਤਾ ਨਾ, ਕਈ ਵੀਰ ਹੁਣ ਬੜੇ ਸ਼ੱਕ ਪੈਦਾ ਕਰ ਰਹੇ ਨੇ, ਫਸਾਦ ਖੜੇ ਕਰ ਰਹੇ ਨੇ ਕਿ ਭਗਤ ਰਵਿਦਾਸ ਜੀ ਨੂੰ ਗੁਰੂ ਕਹੋ ਜੀ, ਕੋਈ ਕਹਿੰਦਾ ਉਹਨੇ ਪੱਗ ਨਹੀਂ ਸੀ ਬੰਨ੍ਹਦੇ ਜੀ, ਕੋਈ ਬੜਾ ਫਸਾਦ ਖੜਾ ਹੋ ਰਿਹਾ। ਪਰ ਗੁਰੂ ਅਰਜਨ ਦੇਵ ਤੋਂ ਕੋਈ ਸਿਆਣਾ ਨਹੀਂ ਗਾ ਭਾਈ। ਗੁਰੂ ਅਰਜਨ ਦੇਵ ਨੇ ਉਹਨਾਂ ਨੂੰ ਭਗਤ ਜੀ ਲਿਖਿਆ ਹੈ। ਭਾਈ ਗੁਰਦਾਸ ਨੇ ਖੁਦ ਲਿਖਿਆ ਹੈ ਕਿ ਭਗਤ ਭਗਤ ਜਗ ਵੱਜਿਆ, ਚੌਂ ਚੱਕਾਂ ਦੇ ਵਿੱਚ ਚੰਬਰੇਟਾ। ਭਗਤ ਭਗਤ ਵੱਜ ਗਿਆ, ਭਗਤ ਸੀ ਉਹ। ਤੇ ਜਦੋਂ ਗੁਰੂ ਅਰਜਨ ਦੇਵ ਨੇ ਭਗਤਾਂ ਦੀ ਬਾਤ ਕਹੀ ਤੇ ਉਹਦੇ 'ਚ ਭਗਤ ਰਵਿਦਾਸ ਜੀ ਦਾ ਵੀ ਜ਼ਿਕਰ ਕੀਤਾ। ਉਹ ਕਹਿੰਦੇ ਨੇ ਰਵਿਦਾਸ ਢਵੰਤਾ ਢੋਰਨੀ ਦਾ, ਤਿੰਨ ਤਿਆਗੀ ਮਾਇਆ। ਭਗਤ ਰਵਿਦਾਸ ਨੇ ਐਸ ਫਾਨੀ ਸੰਸਾਰ ਦਾ ਤਿਆਗ ਕਰ ਦਿੱਤਾ। ਇਹ ਰੱਬ ਦੇ ਪਿਆਰੇ ਕਰ ਦਿੰਦੇ ਨੇ, ਕੋਈ ਫਾਨੀ ਸੰਸਾਰ ਆ ਉਹ ਕਰ ਦਿੰਦੇ ਨੇ। ਤੇ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਤਿੰਨ ਤਿਆਗੀ ਮਾਇਆ। ਤੇ ਅੱਜ ਦੇ ਭਗਤ ਤਾਂ ਕਹਿੰਦੇ ਜੋ ਕੁਛ ਹੈਗਾ ਤੁਹਾਡੇ ਕੋਲ ਤੇ ਪਾ ਦਿਓ ਸਾਡੇ ਇੱਧਰ ਖਾਤਿਆਂ ਦੇ ਵਿੱਚ, ਸਾਡੇ ਗੁਰਦੁਆਰੇ ਲੈ ਆਓ, ਸਾਡੀ ਗੋਲਕਾਂ 'ਚ ਪਾ ਦਿਓ। ਤੇ ਭਗਤ ਰਵਿਦਾਸ ਜੀ ਇਸ ਚੀਜ਼ ਦਾ ਤਿਆਗ ਕਰ ਚੁੱਕੇ ਨੇ। ਹੁਣ ਦਿੱਲੀ ਕਮੇਟੀ ਦੀਆਂ ਚੋਣਾਂ ਆ ਰਹੀਆਂ, ਇੱਕ ਦੂਸਰੇ ਉੱਤੇ ਇਲਜ਼ਾਮ ਲਾਉਂਦੇ ਨੇ ਇਹਨੇ 2 ਕਰੋੜ ਦੀ ਚੋਰੀ ਕੀਤੀ, ਦੂਜਾ ਕਹਿੰਦਾ ਇਹ 1.5 ਕਰੋੜ ਲੈ ਗਿਆ ਗੋਲਕ ਵਿੱਚੋਂ। ਹੱਦ ਹੋ ਗਈ। ਤੇ ਦੁਨੀਆ ਗੋਲਕਾਂ 'ਚ ਪੈਸਾ ਪਾਉਂਦੀ ਕਿਉਂ ਫਿਰ? ਜੇ ਗੋਲਕ ਵਿੱਚੋਂ ਕਰੋੜ ਬੰਦਾ ਕੱਢ ਕੇ ਲੈ ਜਾਂਦਾ। ਉਹ 12 ਲੱਖ ਦਾ ਕੱਲਾ ਹੀ ਉਹਨੇ ਰਸੀਦ ਬਣਾ ਲਈ, ਉਹ ਮੈਨੇਜਰ ਅਨੰਦਪੁਰ ਸਾਹਿਬ ਵਾਲੇ ਨੇ। ਲਾਕਡਾਊਨ ਲੱਗਾ ਨਾ ਪਿਛਲੇ ਸਾਲ 2020 'ਚ,
ਤੇ ਉਹਨੇ ਕੋਲੋਂ ਰਸੀਦ ਬਣਾ ਲਈ ਕਿ ਮੈਂ 12 ਲੱਖ ਦਾ ਇੱਥੇ ਲੰਗਰ ਖਵਾੜਤਾ। ਤੇ ਸਵਾਲ ਇਹ ਵੀ ਜਦੋਂ 12 ਲੱਖ ਦੀ 1 ਕਰੋੜ ਦੀ ਗੋਲਕ ਵਿੱਚੋਂ ਚੋਰੀ ਹੁੰਦੀ ਆ ਤੇ ਲੋਕੀ ਪੈਸਾ ਗੋਲਕ ਵਿੱਚ ਪਾਉਂਦੇ ਕਿਉਂ ਆ? ਵੀ ਜਦੋਂ ਚੋਰਾਂ ਨੇ ਚੁੱਕਣਾ ਹੈ ਤੇ ਫਿਰ ਪਾਇਆ ਕਿਉਂ ਜਾ ਰਿਹਾ ਗੋਲਕ ਵਿੱਚ ਪੈਸਾ? ਤੇ ਰਵਿਦਾਸ ਟਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ। ਇਹ ਜਿਹਦੀ ਖਾਤਰੇ ਸੰਤ ਅੱਜ ਦੇ ਬੰਦੂਕਾਂ ਲਈ ਫਿਰਦੇ ਨੇ, ਕਬਜ਼ੇ ਪੈ ਕਰਦੇ ਨੇ, ਗੋਲੀਆਂ ਪੈ ਚਲਾਉਂਦੇ ਨੇ, ਇਸ ਭਗਤ ਰਵਿਦਾਸ ਜੀ ਨੇ ਇਸ ਦਾ ਤਿਆਗ ਕਰ ਦਿੱਤਾ। ਤੇ ਹੋਇਆ ਕੀ ਫਿਰ? ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ। ਜੇ ਭਗਤ ਰਵਿਦਾਸ ਜੀ ਨੇ ਰੱਬ ਕੋਲੋਂ ਸੰਤਾਂ ਦੀ ਸੰਗਤ ਮੰਗੀ ਆ, ਸੰਤ ਚੀ ਸੰਗਤ, ਸੰਤ ਕਥਾ ਰਸ, ਤੇ ਹੋਇਆ ਕੀ? ਸੰਗਤਾਂ ਦੀ ਸੰਗਤ ਦਾ ਉਹਨਾਂ ਦਾ ਸਦਕਾ ਹੋਇਆ ਕੀ ਆ ਕਿ ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ। ਜੇ ਉਹਨਾਂ ਨੇ ਸੰਤਾਂ ਦੀ ਸੰਗਤ ਮਿਲੀ ਤੇ ਰੱਬ ਨੇ ਦੇ ਦਿੱਤੀ ਰਾਮਾਨੰਦ ਦੀ ਸੰਗਤ, ਉਹਨਾਂ ਨੂੰ ਕਬੀਰ ਦੀ ਸੰਗਤ ਦੇ ਦਿੱਤੀ। ਤੇ ਉਸ ਸੰਗਤ ਦਾ ਸਦਕਾ ਹੀ ਪ੍ਰਗਟ ਹੋਵਾ ਸਾਧ ਸੰਗ ਹਰ ਦਰਸ਼ਨ ਪਾਇਆ। ਉਹਨੇ ਭਗਤ ਰਵਿਦਾਸ ਜੀ ਨੇ ਜਿਹੜਾ ਰੱਬ ਦਾ ਦਰਸ਼ਨ ਕੀਤਾ ਨਾ, ਉਹ ਸੰਗਤ ਵਿੱਚੋਂ ਕੀਤਾ। ਸੰਗਤ ਵਿੱਚ ਬੈਠ ਕੇ ਨਾਮ ਜਪਿਆ ਤੇ ਰੱਬ ਨੂੰ ਪ੍ਰਵਾਨ ਹੋ ਗਿਆ ਤੇ ਰੱਬ ਨੇ ਉਹਨੂੰ ਦਰਸ਼ਨ ਦੇ ਦਿੱਤਾ। ਐਡੀ ਕਿਤੇ ਖੇਡ ਹੈ। ਤੇ ਜਦੋਂ ਭਗਤ ਰਵਿਦਾਸ ਜੀ ਨੂੰ ਪੁੱਛਦੇ ਨੇ ਵੀ ਤੁਸੀਂ ਰੱਬ ਕੋਲੋਂ ਇਹ ਕਿਉਂ ਮੰਗ ਲਿਆ? ਸੰਤ ਚੀ ਸੰਗਤ। ਤੇ ਭਗਤ ਬੜੇ ਸਿਆਣੇ ਹੁੰਦੇ ਆ, ਉਹ ਬੇਸਮਝ ਨਹੀਂ ਹੁੰਦੇ। ਅਖੀਰ ਤੇ ਜਾ ਕੇ ਉਹਨਾਂ ਨੇ ਜਦੋਂ